अस्सलाम वालेकुम जी। एक नई वीडियो ਦੇ ਨਾਲ ਅੱਜ ਅਸੀਂ ਜਿਹੜਾ ਟਾਪਿਕ ਸਾਂਝਾ ਕਰਾਂਗੇ, ਜਿਸ ਟਾਪਿਕ ਨੂੰ ਸਮਝਾਂਗੇ ਉਹ ਹੈ ਵੇ ਕਿ ਕਿਹੜੀ ਐਸੀ ਗਲਤੀ ਹੈ ਜਿਹਦੇ ਕਰਨ ਨਾਲ ਨਾ ਸਿਰਫ ਸਾਨੂੰ ਸਪੇਨ ਦੇ ਪੇਪਰ ਜਿਹੜੇ ਲੱਭੇ ਪੇਪਰ ਨੇ ਜਿਹੜੇ ਸਾਡੇ ਕੋਲੇ ਹੁੰਦੇ ਨੇ ਹੈ ਉਹ ਰਿਜੈਕਟ ਹੋ ਜਾਂਦੇ ਨੇ। ਨਾ ਸਿਰਫ ਉਹ ਨਾਰਮਲ ਪੇਪਰ ਰਿਜੈਕਟ ਹੋ ਜਾਂਦੇ ਨੇ, ਅਗਰ ਕਿਸੇ ਕੋਈ ਪਰਮਾਨੈਂਟ ਲਾਰਗਾ ਦੁਰਾਸਿਓਨ ਦਾ ਕਾਰਡ ਹੈ ਤੇ ਉਹ ਵੀ ਰਿਜੈਕਟ ਹੋ ਜਾਂਦਾ ਹੈ। ਨਾ ਸਿਰਫ ਉਸ ਦੇ ਨਾਲ ਰਿਜੈਕਟ ਹੋ ਜਾਂਦਾ ਬਲਕਿ ਉਹ ਸਾਨੂੰ ਸਪੇਨ ਤੋਂ ਡਿਪੋਰਟ ਵੀ ਕਰ ਦਿੰਦੇ ਨੇ ਹੈ। ਇਹ ਗਲਤੀ ਨੂੰ ਅਸੀਂ ਸਮਝਾਂਗੇ ਹੈ ਕਿ ਕਿਹੜੀ ਇਹੋ ਜਿਹੀ ਵੱਡੀ ਗਲਤੀ ਹੈ ਜਾਂ ਕਿਹੜਾ ਇਹੋ ਜਿਹਾ ਵੱਡਾ ਕ੍ਰਾਈਮ ਹੈ ਜਿਹਦੇ ਕਰਨ ਦੇ ਨਾਲ ਅਸੀਂ ਸਪੇਨ ਤੋਂ ਡਿਪੋਰਟ ਹੋ ਸਕਦੇ ਹਾਂ। ਸਾਡੇ ਲੱਭੇ ਪੇਪਰ ਜਿਹੜੇ ਸਾਨੂੰ ਮਿਲੇ ਨੇ ਉਹ ਵੀ ਸਾਡੇ ਹੱਥੋਂ ਨਿਕਲ ਸਕਦੇ ਨੇ ਹੈ। ਸਾਡੇ ਨਾਲ ਰਵਿਓ, ਪੂਰੀ ਵੀਡੀਓ ਵੇਖਿਓ ਤਾਂ ਕਿ ਅਸੀਂ ਇਸ ਕੋਸ਼ਿਸ਼ ਨੂੰ ਅਵਾਇਡ ਕਰ ਸਕੀਏ। ਪਹਿਲੀ ਚੀਜ਼ ਤਾਂ ਇਹ ਹੈ ਕਿ ਜਿਹੜੇ ਵੀ ਸਪੇਨ 'ਚ ਰਹਿੰਦੇ ਨੇ ਉਹਨਾਂ ਨੂੰ ਪਤਾ ਹੈ ਕਿ ਜਦੋਂ ਵੀ ਅਸੀਂ ਫਸਟ ਟਾਈਮ ਸਪੇਨ ਦੇ ਪੇਪਰ ਲੈਂਦੇ ਹਾਂ ਤੇ ਇਹ ਸਾਡੇ ਕੋਲ ਸਪੇਨ ਦਾ ਕਾਨੂੰਨ ਹੈ ਵੇ ਕਿ ਸਾਡੇ ਕੋਲ ਮੰਗਦੇ ਨੇ ਕਿ ਆਖਰੀ 5 ਸਾਲ ਤੁਸੀਂ ਜਿਹੜੇ ਮੁਲਕ ਵਿੱਚ ਰਹੇ ਹੋ ਜਾਂ ਜਿਹੜੇ ਮੁਲਕਾਂ ਵਿੱਚ ਰਹੇ ਹੋ ਸਪੇਨ ਤੋਂ ਇਲਾਵਾ ਉੱਥੇ ਦਾ ਕਰੈਕਟਰ ਸਰਟੀਫਿਕੇਟ ਲੈ ਕੇ ਆਓ ਹੈ। ਠੀਕ ਹੈ ਜੀ। ਹੈ ਉਸ ਦੇ ਨਾਲ ਅਗਰ ਅਸੀਂ ਸ਼ੋਅ ਕਰਨੇ ਆ ਕਿ ਅਸੀਂ ਕਿਸੇ ਹੋਰ ਮੁਲਕ ਨਹੀਂ ਰਹੇ, ਅਸੀਂ ਸਿਰਫ ਸਪੇਨ ਹੀ ਰਹੇ ਹਾਂ, ਫਿਰ ਸਾਨੂੰ ਕਹਿੰਦੇ ਨੇ ਕਿ ਚਲੋ ਠੀਕ ਹੈ ਤੁਸੀਂ ਆਪਣੇ ਪਾਕਿਸਤਾਨ ਦਾ ਕਰੈਕਟਰ ਸਰਟੀਫਿਕੇਟ ਲੈ ਕੇ ਆਓ। ਇਹਦਾ ਕੀ ਮਤਲਬ ਹੁੰਦਾ ਹੈ? ਇਹਦਾ ਮਤਲਬ ਇਹ ਹੁੰਦਾ ਹੈ ਕਿ ਅਸੀਂ ਸਾਫ਼ ਬੰਦੇ ਨੂੰ ਪੇਪਰ ਦੇਣੇ ਨੇ, ਅਸੀਂ ਕ੍ਰਿਮੀਨਲ ਰਿਕਾਰਡ ਵਾਲੇ ਬੰਦੇ ਨੂੰ ਪੇਪਰ ਨਹੀਂ ਦੇਣੇ ਹਨ। ਇਸ ਤੋਂ ਬਾਅਦ ਜਿਹੜਾ ਅਰਸਾ ਅਸੀਂ ਸਪੇਨ ਦੇ ਵਿੱਚ ਰਹਿੰਦੇ ਹਾਂ, 3 ਸਾਲ ਦੀ ਰਾਈਗੋ ਕਰਨੇ ਆ, 2 ਸਾਲ ਦੀ ਕਰਨੇ ਆ, 4 ਸਾਲ ਦੀ ਕਰਨੇ ਆ, ਜਦੋਂ ਵੀ ਅਸੀਂ ਰਾਈਗੋ ਕਰਨੇ ਆ ਤੇ ਉਹ ਸਾਡਾ ਸਪੇਨ ਦੇ ਵਿੱਚ ਰਿਕਾਰਡ ਚੈੱਕ ਕਰਦੇ ਨੇ ਕਿ ਇਸ ਬੰਦੇ ਦੇ ਉੱਤੇ ਕੋਈ ਕ੍ਰਿਮੀਨਲ ਕੇਸ ਤੇ ਨਹੀਂ ਹੈ ਜਾਂ ਕ੍ਰਿਮੀਨਲ ਕੇਸ ਦੇ ਵਿੱਚ ਇਸ ਦੇ ਫਿੰਗਰ ਤੇ ਨਹੀਂ ਹੋਏ ਜਾਂ ਇਸ ਦਾ ਕੋਈ ਕ੍ਰਿਮੀਨਲ ਲਿੰਕ ਤੇ ਨਹੀਂ ਹੈ। ਅਗਰ ਉਹ ਵੀ ਮਿਲ ਜੇ ਜਾਂ ਕਿਸੇ ਕ੍ਰਿਮੀਨਲ ਕੇਸ ਵਿੱਚ ਸਜ਼ਾ ਯਾਫਤਾ ਬੰਦਾ ਹੈ ਤੇ ਫਿਰ ਵੀ ਸਪੇਨ ਵਾਲੇ ਪੇਪਰ ਨਹੀਂ ਦਿੰਦੇ ਹਨ। ਇਹਦਾ ਕੀ ਮਤਲਬ ਹੈ? ਇਹਦਾ ਮਤਲਬ ਹੈ ਵੇ ਕਿ ਕਿਸੇ ਵੀ ਤਰ੍ਹਾਂ ਦਾ ਤੁਹਾਡਾ ਅਗਰ ਕ੍ਰਿਮੀਨਲ ਰਿਕਾਰਡ ਹਾਓ ਸਪੇਨ ਦੇ ਵਿੱਚ ਹਾਓ ਸਪੇਨ ਤੋਂ ਬਾਹਰ ਹੈ, ਅਗਰ ਇਹਨਾਂ ਨੂੰ ਸ਼ੱਕ ਪੈ ਜਾਂਦਾ ਹੈ ਜਾਂ ਇਹਨਾਂ ਕੋਲ ਕੋਈ ਐਵੀਡੈਂਸ ਆ ਜਾਂਦਾ ਹੈ ਤਾਂ ਇਹ ਉਸ ਦੇ ਪੇਪਰ ਨਹੀਂ ਦਿੰਦੇ ਹਨ। ਹੁਣ ਇੱਕ ਦਫਾ ਪੇਪਰ ਮਿਲ ਗਏ ਫਿਰ ਇਹ ਇੰਜ ਹੀ ਕਰਦੇ ਨੇ ਕਿ 5 ਸਾਲ ਤੁਸੀਂ ਜਿਸ ਤਰ੍ਹਾਂ ਅੱਗੇ 2-2 ਸਾਲ ਦਾ ਸੀ ਹੁਣ 4 ਸਾਲ ਦਾ ਦੇਣ ਗਿਆ, ਇਹ ਫਿਰ ਵੀ ਹਰ ਦਫਾ ਰੀਨਿਊ ਦੇ ਟਾਈਮ ਤੇ ਤੁਹਾਡੇ ਸਪੇਨ ਦੇ ਅੰਦਰ ਤੁਹਾਡੇ ਪੈਨਾਲਿਸ ਚੈੱਕ ਕਰਦੇ ਨੇ, ਤੁਹਾਡਾ ਕ੍ਰਿਮੀਨਲ ਰਿਕਾਰਡ ਚੈੱਕ ਕਰਦੇ ਨੇ ਪੁਲਿਸ ਕੋਲੋਂ ਵੀ ਔਰ ਅਦਾਲਤ ਕੋਲੋਂ ਵੀ ਹੈ ਕਿ ਇਹ ਬੰਦਾ ਜਿਹੜਾ ਹੈ ਇਹਦਾ ਕੋਈ ਕ੍ਰਿਮੀਨਲ ਕੇਸ ਤੇ ਨਹੀਂ ਇਹਦੇ ਤੇ ਬਣੇ ਹੈ। ਅਗਰ ਬਣੇ ਹੈ ਤਾਂ ਤੁਹਾਡੇ ਪੇਪਰ ਪਾਸ ਨਹੀਂ ਹੋਣਗੇ ਔਰ ਟੈਂਪਰੇਰੀ ਜਿਹੜੇ ਪੇਪਰ ਰੀਨਿਊ ਹੀ ਨਹੀਂ ਹੁੰਦੇ ਹਨ। ਉਸ ਤੋਂ ਬਾਅਦ ਜਦੋਂ ਬੰਦੇ ਨੂੰ ਅਮੂਮਨ ਪਰਮਾਨੈਂਟ ਰੈਜ਼ੀਡੈਂਸੀ ਮਿਲ ਜਾਂਦੀ ਤਾਂ ਬੰਦਾ ਸਮਝਦਾ ਹੈ ਕਿ ਚਲੋ ਜੀ ਮੈਂ ਆਜ਼ਾਦ ਹੋ ਗਿਆ, ਹੁਣ ਮੈਨੂੰ ਕੋਈ ਟੈਨਸ਼ਨ ਨਹੀਂ, ਹੁਣ ਮੈਂ ਜੋ ਮਰਜ਼ੀ ਕਰਾਂ। ਇੰਜ ਨਹੀਂ ਹੁੰਦਾ ਹੈ ਕਿ ਅਗਰ ਤੁਹਾਨੂੰ ਪਰਮਾਨੈਂਟ ਲੱਭ ਗਏ ਨੇ ਤੁਸੀਂ ਜੋ ਮਰਜ਼ੀ ਕ੍ਰਿਮੀਨਲ ਕੇਸ ਕਰੋਗੇ ਔਰ ਤੁਹਾਨੂੰ ਛੱਡ ਦੇਣਗੇ। ਨਹੀਂ, ਇਹੋ ਜਿਹੀ ਵੀ ਕੋਈ ਚੱਕਰ ਨਹੀਂ ਹੈ। ਮੈਂ ਇਸ ਤੋਂ ਪਹਿਲੇ ਵੀ ਇੱਕ ਵੀਡੀਓ ਬਣਾਈ ਸੀ ਕਿ ਅਗਰ ਤੁਸੀਂ ਪਾਕਿਸਤਾਨ 'ਚ ਓਵਰਸਟੇ ਹੋ ਜਾਂਦੇ ਹੋ ਜਾਂ ਓਵਰਸਟੇ ਦੀ ਵਜ੍ਹਾ ਤੁਹਾਡਾ ਕਾਰਡ ਰਿਜੈਕਟ ਹੋ ਜਾਂਦਾ ਸਪੇਨ ਦਾ ਪਰਮਾਨੈਂਟ ਕਾਰਡ, ਤੇ ਤੁਸੀਂ ਉਸ ਨੂੰ ਕਿਸ ਤਰ੍ਹਾਂ ਲੈ ਸਕਦੇ ਹੋ। ਉਹਦੇ ਵਿੱਚ ਵੀ ਮੇਨ ਚੀਜ਼ ਇਹ ਸੀ ਕਿ ਉਹ ਤੁਹਾਡਾ ਦੇਖਣਗੇ ਕਿ ਚਲੋ ਓਵਰਸਟੇ ਦੀ ਵਜ੍ਹਾ ਤੋਂ ਕਾਰਡ ਰਿਜੈਕਟ ਹੋ ਗਿਆ, ਕਾਰਡ ਰਿਜੈਕਟ ਹੋਇਆ ਤਾਂ ਤੁਹਾਡੇ ਕੋਲ ਆਰਡਰ ਤੇ ਹੈ ਪੂਰੀ ਜ਼ਿੰਦਗੀ ਸਪੇਨ 'ਚ ਰਹਿਣ ਦਾ, ਉਸ ਆਰਡਰ ਦੀ ਬੇਸ ਤੇ ਪੇਪਰ ਲੈ ਸਕਦੇ ਹੋ। ਲੇਕਿਨ ਉਹਦੇ ਵਿੱਚ ਵੀ ਚੈੱਕ ਕਰਦੇ ਨੇ ਕਿ ਬੰਦੇ ਦਾ ਕੋਈ ਕ੍ਰਿਮੀਨਲ ਰਿਕਾਰਡ ਤੇ ਨਹੀਂ ਹੈ ਸਪੇਨ ਦੇ ਵਿੱਚ, ਅਗਰ ਹੈ ਤੇ ਫਿਰ ਉਹ ਨਹੀਂ ਦਿੰਦੇ ਹਨ। ਇਸੇ ਤਰ੍ਹਾਂ ਨੈਸ਼ਨੈਲਿਟੀ ਦੇ ਕੇਸ ਜਾਏਗੀ, ਜੇ ਤੁਸੀਂ ਨੈਸ਼ਨੈਲਿਟੀ ਅਪਲਾਈ ਕਰਨੀ ਹੈ ਤਾਂ ਉਹਦੇ ਵਿੱਚ ਵੀ ਸਪੇਨ ਦੇ ਵਿੱਚ ਵੀ ਔਰ ਆਖਰੀ 5 ਸਾਲ ਦਾ ਜਿਹੜਾ ਅਸੀਂ ਕਰੈਕਟਰ ਸਰਟੀਫਿਕੇਟ ਪਾਕਿਸਤਾਨ ਤੋਂ ਮੰਗਾਉਂਦੇ ਆ ਉਹਦਾ ਵੀ ਚੈੱਕ ਕਰਦੇ ਨੇ ਕਿ ਬੰਦਾ ਸਾਫ ਸੁਥਰਾ ਹੈ ਵੇ। ਹੁਣ ਅਸੀਂ ਆਉਂਦੇ ਹਾਂ ਮੇਨ ਚੀਜ਼ ਦੀ ਤਰਫ ਹੈ। ਕੋਈ ਵੀ ਇਹੋ ਜਿਹਾ ਕੇਸ ਜਿਹੜਾ ਬੰਦੇ ਉੱਤੇ ਲੱਗ ਜਾਂਦਾ ਹੈ ਜਾਂ ਬੰਦਾ ਕਿਸੇ ਵੀ ਕੇਸ ਜਦੋਂ ਪਕੜਿਆ ਜਾਂਦਾ ਸਪੇਨ ਦੇ ਵਿੱਚ ਹੈ, ਇਹ ਅਗਰ ਕਿਸੇ ਵੀ ਕੇਸ ਦੇ ਵਿੱਚ ਇੱਕ ਬੰਦੇ ਦਾ ਸਜ਼ਾ ਯਾਫਤਾ ਮੁਜਰਮ ਹੋ ਜਾਂਦਾ, 1 ਸਾਲ ਤੋਂ ਉੱਤੇ ਉਹਦੀ ਸਜ਼ਾ ਹੋ ਜਾਂਦੀ ਹੈ ਤੇ ਉਹ ਉਸ ਬੇਸ ਉੱਤੇ ਫਿਸਕਾਲੀ ਅਗਰ ਅਕਰਦਾਰ ਹੋ ਜਾਂਦੀ ਹੈ, ਐਕਸਟਰਨਲ ਨਾਲ ਉਹਨਾਂ ਦੀ ਆਪਸ 'ਚ ਇੱਕ ਚੀਜ਼ ਤੇ ਮੁਤਫਿਕ ਹੋ ਜਾਂਦੇ ਨੇ, ਐਗਰੀ ਕਰ ਜਾਂਦੇ ਨੇ ਕਿ ਨਹੀਂ ਬੰਦੇ ਨੂੰ ਕਿਉਂਕਿ 1 ਸਾਲ ਹੋ ਗਿਆ ਹੈ, ਸਜ਼ਾ ਕੱਟ ਰਿਹਾ ਹੈ, ਬੰਦਾ ਸਜ਼ਾ ਯਾਫਤਾ ਮੁਜਰਮ ਹੈ ਤੇ ਇਸ ਨੂੰ ਅਸੀਂ ਜਿਹੜਾ ਡਿਪੋਰਟ ਕਰ ਦਈਏ। ਉਹ ਫਿਰ ਨਾ ਸਿਰਫ ਕੀ ਕਰਨਗੇ, ਕਈ ਇਹੋ ਜਿਹੇ ਕੇਸਿਸ ਹੁੰਦੇ ਨੇ ਜਿਹਦੇ ਵਿੱਚ ਉਹ ਨਾ ਸਿਰਫ ਸਪੇਨ ਤੋਂ ਡਿਪੋਰਟ ਕਰ ਦਿੰਦੇ, ਕਾਰਡ ਵੀ ਕੈਂਸਲ ਕਰਦੇ ਨੇ ਔਰ ਪਲੱਸ ਉਹ ਸਪੇਨ ਵਿੱਚੋਂ ਡਿਪੋਰਟ ਬੰਦੇ ਨੂੰ ਕਰ ਦਿੰਦੇ ਨੇ ਹੈ ਕਿ ਭਾਈ ਨਹੀਂ ਤੁਸੀਂ
ਸਾਫ਼ ਬੰਦੇ ਨਹੀਂ ਰਹੇ ਹੈ। ਹਾਂ, ਇਹਦੇ 'ਚ ਹੁਣ ਕਈ ਦਫਾ ਸਵਾਲ ਆਉਂਦਾ ਕਿ ਕੋਈ ਛੋਟਾ ਮੋਟਾ ਕੇਸ ਹੈ, ਬਾਅਦ ਦਫਾ ਬੰਦਾ ਕੋਈ ਬਾਅਦ ਤੁਸੀਂ ਦੇਖੋਗੇ ਕੋਈ ਅਲਕੋਹਲ ਪੀ ਕੇ ਛੋਟਾ ਮੋਟਾ ਉਹਨੇ ਗੁਲ ਗਪਾੜਾ ਕਰ ਛੜਿਆ, ਜਾਂ ਕੋਈ ਛੋਟੇ ਲੇਵੇ ਕਿਸਮ ਦਾ ਜਿਹਨੂੰ ਕਹਿ ਲਓ ਕਿ ਕੇਸ ਬੰਦੇ ਦੇ ਉੱਤੇ ਬਣ ਜਾਂਦਾ ਹੈ, ਤੇ ਉਹਦੇ ਵਿੱਚ ਤੇ ਇਨਸਾਨ ਦੇ ਬਚਣ ਦੇ ਚਾਂਸਿਸ ਹੁੰਦੇ ਨੇ। ਲੇਕਿਨ ਜਿਹੜਾ ਵੀ ਥੋੜਾ ਸੀਰੀਅਸ ਕਿਸਮ ਦਾ ਕੇਸ ਹੋਵੇਗਾ, ਜਿਹਦੇ 'ਚ ਤੁਸੀਂ ਫਿਸਕਲ ਜਾਂ ਇਸ ਪੁਆਇੰਟ ਤੇ ਆ ਜੇ ਕਿ ਆ ਬੰਦੇ ਦਾ ਹੁਣ ਕ੍ਰਿਮੀਨਲ ਰਿਕਾਰਡ ਬਣ ਗਿਆ, ਸਾਡੇ ਮੁਲਕ ਵਾਸਤੇ ਸੇਫ ਨਹੀਂ ਹੈ, ਉਹ ਜ਼ਰੂਰੀ ਨਹੀਂ ਕੋਈ ਤੁਸੀਂ ਕੋਈ ਟੈਰਰਿਸਟ ਐਕਟੀਵਿਟੀ ਕਰੋ, ਕੋਈ ਛੋਟੀ ਮੋਟੀ ਐਕਟੀਵਿਟੀ ਵੀ ਹੋ ਸਕਦੀ ਹੈ ਜੇ ਤੁਸੀਂ ਸਜ਼ਾ ਯਾਫਤਾ ਹੋ ਜੋ ਹੈ, ਔਰ ਉਸ ਸਾਲ ਤੋਂ ਉੱਤੇ ਤੁਹਾਡਾ ਕੇਸ ਚੱਲ ਜੇ, 1.5 ਸਾਲ ਚੱਲ ਜੇ ਹੈ, ਯਾਨੀ ਕਿ ਤੁਸੀਂ ਜੇਲ੍ਹ 'ਚ ਰਹੋ ਹੈ, ਯਾਨੀ ਕਿ ਦਰ ਦਾ ਕੇਸ ਚੱਲ ਜੇ, ਤੇ ਉਹਦੇ ਤੇ ਵੀ ਤੁਹਾਡਾ ਜਿਹੜਾ ਇੱਕ ਸਿਸਟਮ ਖਤਮ ਹੋ ਸਕਦਾ ਹੈ। ਤੁਹਾਨੂੰ ਪੇਪਰ ਦਿੱਤੇ ਲੈ ਕੇ ਉਹ ਨਾ ਸਿਰਫ ਤੁਹਾਨੂੰ ਖਤਮ ਕਰਨਗੇ, ਬਲਕਿ ਤੁਹਾਨੂੰ ਡਿਪੋਰਟ ਕਰਕੇ ਘਰ ਪਹੁੰਚਾ ਕੇ ਆਉਣਗੇ, ਕਿਉਂਕਿ ਤੁਹਾਡਾ ਪਾਸਪੋਰਟ, ਤੁਹਾਡਾ ਸਾਰਾ ਰਿਕਾਰਡ ਉਹਨਾਂ ਕੋਲੇ ਹੁੰਦਾ। ਜਿਹੜਾ ਤੇ ਇਲੀਗਲ ਹੁੰਦਾ ਉਹ ਤੇ ਉਹਦਾ ਤੇ ਦਾ ਲਾ ਲੈਂਦਾ ਨਾ, ਮੇਰੇ ਕੋਲੇ ਮੇਰਾ ਰਿਕਾਰਡ ਹੀ ਕੋਈ ਨਹੀਂ ਇਹਨਾਂ ਕੋਲ ਹੈ। ਲੇਕਿਨ ਜਿਹੜਾ ਲੀਗਲ ਬੰਦਾ ਹੁੰਦਾ ਉਹਨਾਂ ਦੇ ਹਰ ਪਾਸਪੋਰਟ ਦੇ ਹਰ ਪੇਜ ਦੀ ਉਹਨਾਂ ਦੀ ਫੋਟੋ ਕੋਲ ਉਹਨਾਂ ਕੋਲ ਫੋਟੋ ਕਾਪੀ ਹੁੰਦੀ ਹੈ। ਇਸ ਕਰਕੇ ਮੇਰੇ ਭਰਾਓ, ਜੋ ਵੀ ਸਪੇਨ ਚਾਹੁੰਦੇ ਹੋ, ਸਾਰੇ ਰੋਜ਼ੀ ਕਮਾਉਣ ਆਉਂਦੇ ਹੋ, ਸਾਰੇ ਇੱਥੇ ਬੜੀ ਮੁਸ਼ਕਲ ਪਹੁੰਚਦੇ ਹੋ, ਕੋਸ਼ਿਸ਼ ਕਰਿਆ ਕਰੋ ਕਿ ਛੋਟੀ ਮੋਟੀ ਗਲਤੀ ਜਿਹੜੀ ਹੈ ਕਿਸੇ ਦੀ ਉਸਨੂੰ ਇਗਨੋਰ ਕਰ ਦਿੱਤਾ। ਕੋਈ ਸਪੈਨਿਸ਼ ਜਿਹੜੇ ਲੋਕ ਕੰਮ ਕਰਦੇ ਨੇ, ਬਾਅਦ ਦਫਾ ਬਰਾਚੋ ਆ ਕੇ ਇਨਸਾਨ ਨੂੰ ਤੰਗ ਕਰਦੇ ਨੇ, ਬਾਅਦ ਦਫਾ ਬੰਦਾ ਗੁੱਸੇ 'ਚ ਆ ਕੇ ਕੋਈ ਐਕਟ ਕਰ ਦਿੰਦਾ ਹੈ, ਤੇ ਉਹ ਉਸ ਨੂੰ ਵੀ ਅਵਾਇਡ ਕਰੋ। ਛੋਟੀ ਮੋਟੀ ਗਲਤੀ ਜਿਹੜੀ ਹੈ ਉਸ ਦਾ ਦੇਖੋ ਜੁਰਮਾਨਾ ਕਰ ਦਿੰਦੇ ਨੇ, ਬੰਦਾ ਜੁਰਮਾਨਾ ਪੇ ਕਰਕੇ ਬਚ ਜਾਂਦਾ। ਲੇਕਿਨ ਕੋਈ ਸੀਰੀਅਸ ਐਕਟੀਵਿਟੀ ਹੁੰਦੀ ਜਿਸ 'ਚ ਸਮਝਿਆ ਜਾਂਦਾ ਕਿ ਇਸ ਨੂੰ ਸਜ਼ਾ ਹੋਵੇਗੀ ਹੈ, ਉਸ ਨੂੰ ਮਾਫ ਨਹੀਂ ਜੇ ਕਰਦੇ ਹਨ। एहतियात करो, जीवते बसते रहो। फ़ी अमान अल्लाह। अल्लाह हाफिज़।